ਆਓ ਤੁਹਾਨੂੰ ਹੁਣ ਸਰਲ ਭਾਸ਼ਾ ਦੇ ਵਿੱਚ ਦੱਸਦੇ ਹਾਂ ਕਿ ਪੰਜਾਬ ਵਿਧਾਨ ਸਭਾ ਵਿੱਚ ਪਾਸ ਜਿਹੜੇ ਇਹ ਬਿੱਲ ਨੇ ਇਹਨਾਂ ਦੇ ਵਿੱਚ ਮੁੱਖ ਗੱਲਾਂ ਕੀ ਗੱਲਾਂ ਕਹੀਆਂ ਗਈਆਂ ਨੇ। ਸਭ ਤੋਂ ਵੱਡੀ ਗੱਲ MSP ਤੇ ਤੋਂ ਘੱਟ ਕੀਮਤ ਤੇ ਝੋਨੇ ਅਤੇ ਕਣਕ ਦੀ ਖਰੀਦ ਕਰਨ ਵਾਲੇ ਨੂੰ 3 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ। ਇਹ ਤਜਵੀਜ਼ ਰੱਖੀ ਗਈ ਹੈ। ਝੋਨਾ ਅਤੇ ਕਣਕ ਦੀ MSP ਤੋਂ ਘੱਟ ਖਰੀਦਣ ਅਤੇ ਵੇਚਣ ਤੇ ਪੂਰਨ ਪਾਬੰਦੀ ਹੈ। ਤੀਸਰੀ, ਜਿਣਸ ਸਟੋਰ ਕਰਨ ਅਤੇ ਕਾਲਾ ਬਾਜ਼ਾਰੀ ਤੇ ਰੋਕ ਲਾਉਣ ਦੀ ਤਜਵੀਜ਼ ਕੀਤੀ ਗਈ ਹੈ। ਹੋਰਡਿੰਗ ਜਿਹੜੀ ਹੈ ਨਵੇਂ ਬਿੱਲ 'ਚ ਜਿਹੜੀ ਕੀਤੀ ਗਈ ਸੀ ਕੇਂਦਰ ਵੱਲੋਂ ਉਹਨੂੰ ਹਟਾ ਦਿੱਤਾ ਗਿਆ। ਪੁਰਾਣੀ ਵਿਵਸਥਾ ਹੀ ਲਾਗੂ ਰਹੇਗੀ। ਰਿਕਵਰੀ ਦੇ ਲਈ ਕੋਈ ਵਿਵਾਦ ਹੁੰਦਾ ਹੈ ਤਾਂ ਰਿਕਵਰੀ ਦੇ ਲਈ 2.5 ਏਕੜ ਜਾਂ ਇਸ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਦੀ ਜ਼ਮੀਨ ਨੂੰ ਕੁਰਕ ਨਹੀਂ ਕੀਤਾ ਜਾ ਸਕੇਗਾ। ਪੰਜਾਬ ਵਿੱਚ ਕੇਂਦਰ ਵੱਲੋਂ APMC ਐਕਟ ਵਿੱਚ ਕੀਤੇ ਬਦਲਾਅ ਲਾਗੂ ਨਹੀਂ ਹੋਣਗੇ। ਐਕਟ ਵਿੱਚ 4 ਜੂਨ 2020 ਤੋਂ ਪਹਿਲਾਂ ਦੀ ਸਥਿਤੀ ਨੂੰ ਹੀ ਬਹਾਲ ਪੰਜਾਬ ਦੇ ਅੰਦਰ ਰੱਖਿਆ ਗਿਆ। यानी APMC ਜਿਹੜੇ ਐਕਟ ਕੀਤੇ ਗਏ ਸੀ ਉਹ ਲਾਗੂ ਨਹੀਂ ਹੋਣਗੇ। ਦੂਜਾ, ਕੇਂਦਰੀ ਐਕਟ ਦਾ ਉਲੰਘਣ ਕਰਨ ਵਾਲੇ ਕਿਸੇ ਵੀ ਸ਼ਖਸ ਤੇ ਕਾਰਵਾਈ ਨਹੀਂ ਹੋਏਗੀ ਕਿਉਂਕਿ ਕੇਂਦਰ ਦੇ ਐਕਟ ਜਿਹੜੇ ਨੇ ਉਹ ਪੂਰੇ ਤਰੀਕੇ ਨਾਲ ਰੱਦ ਕਰ ਦਿੱਤੇ ਗਏ। ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਬਿੱਲਾਂ ਦੇ ਵਿੱਚ ਅਹਿਮ ਨੁਕਤੇ ਕੀ ਨੇ ਉਹ ਵੀ ਜ਼ਰਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹਨਾਂ ਦਾ ਉਦੇਸ਼ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ ਤਾਂ ਜੋ ਖੇਤੀ ਉਪਜ ਦੇ ਉਤਪਾਦਨ, ਵਿਕਰੀ ਤੇ ਮੰਡੀਕਰਨ ਅਤੇ ਹੋਰ ਸੰਬੰਧਿਤ ਗਤੀਵਿਧੀਆਂ ਵਿੱਚ ਇਹ ਸ਼ਾਮਲ ਨੇ। ਇੱਕ ਬਿੱਲ ਵਿੱਚ ਭਾਰਤ ਸਰਕਾਰ ਦੇ ਕਿਸਾਨੀ ਜਿਣਸ ਵਪਾਰ ਤੇ ਵਣਜ ਉਤਸ਼ਾਹਿਤ ਕਰਨ ਅਤੇ ਸੁਖਾਲਾ ਬਣਾਉਣ ਐਕਟ 2020 ਵਿੱਚ ਸੋਧ ਕਰਨ ਦੀ ਮੰਗ ਕੀਤੀ ਗਈ ਹੈ, ਜਿਸ ਦੇ ਮੁਤਾਬਿਕ ਜੇ ਕਿਸੇ ਵੀ ਕਿਸਾਨ ਨੂੰ ਝੋਨੇ ਤੇ ਕਣਕ ਦੀ ਫਸਲ ਨੂੰ ਘੱਟੋ-ਘੱਟ ਸਮਰਥਨ ਮੁੱਲ ਯਾਨੀ MSP ਤੋਂ ਘੱਟ ਕੀਮਤ ਤੇ ਵੇਚਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਸੰਬੰਧਿਤ ਵਿਅਕਤੀ ਨੂੰ 3 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਨਾਲ ਹੀ ਕੇਂਦਰੀ ਵਿਧਾਨਾਂ ਤੇ APMC ਐਕਟ ਦੀ ਪ੍ਰਮੁਖਤਾ ਨੂੰ ਬਹਾਲ ਕਰਦਾ ਹੈ। ਇਹ ਐਕਟ ਸੁਨਿਸ਼ਚਿਤ ਕਰਦਾ ਹੈ ਕਿ ਕਣਕ ਜਾਂ ਝੋਨੇ ਦੀ ਵਿਕਰੀ ਜਾਂ ਖਰੀਦ ਵਾਜਬ ਨਹੀਂ ਮੰਨੀ ਜਾਏਗੀ ਜੇਕਰ ਇਸ ਦੀ ਕੀਮਤ ਘੱਟੋ-ਘੱਟ ਸਮਰਥਨ ਮੁੱਲ ਦੇ ਬਰਾਬਰ ਜਾਂ ਉਸ ਤੋਂ ਵੱਧ ਨਹੀਂ ਹੁੰਦੀ। ਇਹ ਦੂਸਰੇ ਬਿੱਲ ਦੇ ਵਿੱਚ ਜਿਹੜਾ ਪੁਆਇੰਟ ਹੈ ਕਿ ਕਣਕ ਤੇ ਝੋਨੇ ਦੀ ਵਿਕਰੀ, ਬਾਕੀ ਕਿਸੇ ਫਸਲ ਦੀ ਨਹੀਂ, ਕਣਕ ਤੇ ਝੋਨੇ ਦੀ ਵਿਕਰੀ ਘੱਟੋ-ਘੱਟ ਸਮਰਥਨ ਮੁੱਲ ਦੇ ਬਰਾਬਰ ਜਾਂ ਇਸ ਤੋਂ ਵੱਧ ਹੋਣੀ ਜ਼ਰੂਰੀ ਹੈ। ਇੱਕ ਹੋਰ ਬਿੱਲ ਹੈ ਜਿਸ ਵਿੱਚ ਭਾਰਤ ਸਰਕਾਰ ਦੇ ਕਿਸਾਨਾਂ ਦੇ ਸਸ਼ਕਤੀਕਰਨ ਅਤੇ ਸੁਰੱਖਿਆ ਕੀਮਤਾਂ ਦੇ ਭਰੋਸੇ ਅਤੇ ਖੇਤੀ ਸੇਵਾਵਾਂ ਐਕਟ 2020 ਵਿੱਚ ਸੋਧ ਕਰਨ ਦੀ ਮੰਗ ਕੀਤੀ ਗਈ ਹੈ। ਇਸ ਵਿੱਚ ਕੀ ਹੋਏਗਾ ਉਹ ਵੀ ਜ਼ਰਾ ਸਮਝ ਲਓ। ਇੱਕ ਬਿੱਲ ਵਿੱਚ ਭਾਰਤ ਸਰਕਾਰ ਦੇ ਜ਼ਰੂਰੀ ਵਸਤਾਂ ਸੋਧ ਐਕਟ ਯਾਨੀ ਐਸੈਂਸ਼ੀਅਲ ਕਮੋਡਿਟੀ ਐਕਟ 2020 ਵਿੱਚ ਸੋਧ ਕਰਨ ਦੀ ਮੰਗ ਕੀਤੀ ਗਈ ਹੈ। ਇਸ ਦਾ ਉਦੇਸ਼ ਇਹ ਹੈ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਅਤੇ ਰੋਜ਼ੀ ਰੋਟੀ ਬਚਾਉਣ ਲਈ ਖੇਤੀ ਉਪਜ ਦੀ ਜਮਾਖੋਰੀ ਯਾਨੀ ਹੋਰਡਿੰਗ ਤੇ ਕਾਲਾ ਬਾਜ਼ਾਰੀ ਤੋਂ ਖਪਤਕਾਰਾਂ ਨੂੰ ਸੁਰੱਖਿਅਤ ਕੀਤਾ ਜਾਏ। ਇੱਕ ਬਿੱਲ ਪੰਜਾਬ ਦੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਵਸੂਲੀ ਸੰਬੰਧੀ ਕਾਰਵਾਈ ਵਿੱਚ ਜ਼ਮੀਨ ਦੀ ਕੁਰਕੀ ਤੋਂ ਬਚਾਉਣ ਦੀ ਮੰਗ ਕਰਦਾ ਹੈ। ਯਾਨੀ ਉਹੀ 2.5 ਏਕੜ ਤੋਂ ਘੱਟ ਅਗਰ ਕਿਸੇ ਦੀ ਜ਼ਮੀਨ ਹੈ, ਅਗਰ ਉਸ ਨਾਲ ਕੋਈ ਵਿਵਾਦ ਹੁੰਦਾ ਹੈ ਤਾਂ ਵਸੂਲੀ ਦੇ ਲਈ ਜ਼ਮੀਨ ਕੁਰਕ ਨਹੀਂ ਹੋ ਸਕੇਗੀ ਛੋਟੇ ਕਿਸਾਨ ਦੀ। ਪੰਜਾਬ ਦੀ ਕਿਸੇ ਵੀ ਅਦਾਲਤ ਦੁਆਰਾ ਵਸੂਲੀ ਸੰਬੰਧੀ ਕਾਰਵਾਈ ਵਿੱਚ 2.5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਨਹੀਂ ਕੀਤੀ ਜਾਏਗੀ। ਇਹ ਕੁਝ ਵੱਡੀਆਂ ਗੱਲਾਂ ਨੇ ਇਸ ਬਿੱਲ ਦੇ ਅੰਦਰ। ਹੁਣ ਤੁਹਾਨੂੰ ਵਿਖਾਉਂਦੇ ਹਾਂ ਕਿ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਸਵਾਲ ਕੀ ਨੇ। ਸਭ ਤੋਂ ਵੱਡਾ ਸਵਾਲ ਕਿ ਕੇਂਦਰ ਵੱਲੋਂ ਭਵਿੱਖ ਵਿੱਚ MSP ਤੇ ਖਰੀਦ ਨਹੀਂ ਕੀਤੀ ਜਾਂਦੀ ਝੋਨੇ ਤੇ ਕਣਕ ਦੀ ਤਾਂ ਫਿਰ ਕੀ ਸੂਬਾ ਸਰਕਾਰ ਫਸਲ ਦੀ ਖਰੀਦ ਕਰੇਗੀ, ਜਿਸ ਤੇ ਫਿਲਹਾਲ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਜਵਾਬ ਦੇ ਦਿੱਤਾ। ਜੇਕਰ ਕੇਂਦਰ MSP ਦੀ ਲਾਗਤ ਮੁੱਲ ਤੋਂ ਘੱਟ MSP ਤੈਅ ਕਰ ਦਿੰਦਾ ਹੈ ਤਾਂ ਫਿਰ ਕੀ ਸੂਬਾ ਸਰਕਾਰ ਆਪਣੇ ਵੱਲੋਂ ਭਰਪਾਈ ਕਰੇਗੀ? ਇਹ ਵੱਡਾ ਸਵਾਲ ਹੈ। ਜੇਕਰ ਕੇਂਦਰ ਅਤੇ ਸੂਬਾ ਸਰਕਾਰ MSP ਤੇ ਖਰੀਦ ਨਹੀਂ ਕਰਦੇ ਤਾਂ ਫਿਰ ਫਸਲ ਕੌਣ ਖਰੀਦੇਗਾ? ਜੇਕਰ ਕੇਂਦਰ ਆਪਣੇ ਖੇਤੀ ਕਾਨੂੰਨਾਂ ਮੁਤਾਬਿਕ ਖਰੀਦ ਤੇ ਬਜਿੱਦ ਰਹਿੰਦਾ ਹੈ ਤਾਂ ਕਿ ਸੂਬਾ ਸਰਕਾਰ ਖਰੀਦ ਨੂੰ ਰੋਕੇਗੀ? ਜੇ ਉਹ ਕਹਿੰਦੇ ਆ ਕਿ ਅਸੀਂ ਜੇ ਇਹ ਕਿਹਾ ਜਾਂਦਾ ਹੈ ਕਿ ਅਸੀਂ ਇਸ ਤੇ ਖਰੀਦ ਨਹੀਂ ਕਰਾਂਗੇ MSP ਤੇ ਫਿਰ ਕੀ ਸੂਬਾ ਸਰਕਾਰ ਆਪਣੇ ਤੌਰ ਤੇ ਖਰੀਦ ਕਰੇਗੀ? ਇਹ ਸਭ ਤੋਂ ਵੱਡਾ ਸਵਾਲ ਜਿਹੜਾ ਹੈ ਇਸ ਵੇਲੇ ਖੜਾ ਹੋ ਗਿਆ। ਇਹ ਵੱਡੇ ਸਵਾਲ ਨੇ ਜਿਸ ਦਾ ਜਵਾਬ ਹਰ ਕਿਸਾਨ ਵੀ ਪੰਜਾਬ ਦਾ ਹਰ ਬਸ਼ਿੰਦਾ ਜ਼ਰੂਰ ਚਾਹੇਗਾ।